ਜੱਟਾਂ ਦੀ ਕੁੜੀ ਮੈਨੂੰ ਲੱਗਦਾ ਨਹੀਂ ਕੋਈ ਰੋਡ ਤੇ ਹੋਊਗੀ ਇਸ ਵੇਲੇ। ਤੁਸੀਂ ਵੀ ਮਤਲਬ ਜਾਣਦੇ ਆ ਵੀਡੀਓ ਬਣਾਉਣ, ਸੋ ਮੈਂ ਜੱਟਾਂ ਦੀ ਕੁੜੀ ਹਾਂ ਤੇ ਮੈਂ ਰੋਡ ਤੇ ਖੜੀ ਹਾਂ। ਰੋਡ ਤੇ ਖੜਨਾ ਬੜਾ ਔਖਾ ਹੁੰਦਾ ਕਿਉਂਕਿ ਮੈਂ ਇਹੋ ਜਿਹੀ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਕਿ ਸਾਨੂੰ ਰੋਡ ਤੇ ਖੜਨਾ ਪ੍ਰੈਫਰ ਨਹੀਂ ਕਰੂਗੇ, ਕਿਉਂਕਿ ਮੈਂ ਮਤਲਬ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਕਿ ਐਦਾਂ ਨਹੀਂ ਹੈਗਾ ਕਿ ਮਤਲਬ ਮਿਡਲ ਕਲਾਸ ਜਾਂ ਕਿੱਦਾਂ ਵੀ। ਹਾਈ ਕਲਾਸ ਫੈਮਿਲੀ ਤੋਂ ਮੇਰੇ ਫਾਦਰ ਆ, ਬਿਜ਼ਨਸਮੈਨ ਆ, ਉਹ ਵੀ ਮੁੰਬਈ ਦੇ ਵਿੱਚ। ਘਰਦਿਆਂ ਨੇ ਸਪੋਰਟ ਕਰਿਆ ਜਾਂ ਘਰਦਿਆਂ ਨੂੰ ਪਤਾ ਇਸ ਬਾਰੇ? ਘਰ ਦੇ ਵੀਡੀਓ ਦੇਖ ਕੇ ਪਤਾ ਚੱਲੂਗਾ, ਵੈਸੇ ਨਹੀਂ ਉਹਨਾਂ ਨੂੰ ਪਤਾ। ਵੀਡੀਓ ਦੇਖ ਕੇ ਹੁਣ ਕੀ ਉਹਨਾਂ ਦਾ ਮਤਲਬ ਰਿਐਕਸ਼ਨ ਹੁੰਦਾ ਉਹ ਮੈਂ ਨਹੀਂ। ਸਟੱਡੀ ਲਈ ਮੈਂ ਸਾਊਥ ਕੋਰੀਆ ਚਲੀ ਗਈ, ਜਿੱਦਾਂ ਕਿ ਟਰੈਂਡ ਹੀ ਚੱਲਦਾ ਪਿਆ ਅੱਜ ਕੱਲ੍ਹ ਪੰਜਾਬ 'ਚ। ਅਤੇ ਸਰ 3-4 ਸਾਲ ਮੈਂ ਰਹੀ ਉੱਥੇ, ਲੈਂਗੁਏਜ ਕੋਰਸ ਕੀਤਾ, ਫਿਰ ਮੈਂ MBA ਸਟਾਰਟ ਕਰ ਦਿੱਤੀ। ਅਤੇ ਉਸ ਤੋਂ ਬਾਅਦ ਮੇਰੇ ਬੱਚੇ ਇੰਡੀਆ ਸੀਗੇ, ਉਹਨਾਂ ਦਾ ਵੀ ਕੰਮ ਨਹੀਂ ਬਣਦਾ ਪਿਆ ਸੀ ਤੋਂ ਕਰੋਨਾ ਵਾਇਰਸ ਦਾ ਕਰਕੇ। ਇਹ ਸਾਰਾ ਕੰਮ ਤੁਸੀਂ ਉੱਥੇ ਸਾਊਥ ਕੋਰੀਆ ਕਰ ਰਹੇ? ਸਰ ਉੱਥੇ ਰੈਸਟੋਰੈਂਟ ਲਾਈਨ 'ਚ ਕੰਮ ਕਰਨਾ ਪੈਂਦਾ ਸਟੱਡੀ ਬੇਸ ਦੇ ਨਾਲ। ਜੇ ਤੁਸੀਂ ਆਪਣਾ ਪਾਰਟ ਟਾਈਮ ਜੋਬ ਲੱਭਦੇ ਆ ਨਾ ਤਾਂ ਤੁਹਾਨੂੰ ਫੂਡ ਲਾਈਨ 'ਚ ਹੀ ਮਿਲੂਗੀ ਉਹ 3-4 ਘੰਟੇ ਲਈ ਜੋਬ, ਅਦਰਵਾਈਜ਼ ਨਹੀਂ ਆ। ਉਹਨਾਂ ਦਾ ਫੂਡ ਵੀ ਇੱਦਾਂ ਦਾ, ਇੱਕ ਤਾਂ ਚਿਕਨ ਹੁੰਦਾ ਉਹ ਅਲੱਗ ਆ, ਚਲੋ ਠੀਕ ਆ, ਨੋਰਮਲ ਆ। ਸੋ ਕੇਕੜੇ ਵਗੈਰਾ ਜਿੱਦਾਂ ਸੱਪ ਵਗੈਰਾ ਜਿੱਦਾਂ ਇੱਦਾਂ ਕੱਟਣੇ, ਸੋ ਉਹ ਤਾਂ ਕੱਟਣਾ ਤਾਂ ਦੂਰ ਦੀ ਗੱਲ, ਦੇਖ ਵੀ ਨਹੀਂ ਹੁੰਦਾ ਨਾ। ਇੱਥੇ ਮੋਹਾਲੀ ਕਿਵੇਂ ਸੋਚਿਆ ਕੰਮ ਕਰਨ ਦਾ? ਮੋਹਾਲੀ ਸਰ ਮੇਰੇ ਫਾਦਰ ਇਨ ਲਾ ਇੱਥੇ ਬੈਂਕ 'ਚ ਜੋਬ ਕਰਦੇ ਸੀ, ਸਟੇਟ ਬੈਂਕ ਆਫ ਇੰਡੀਆ 'ਚ। ਸੋ ਉਹਨਾਂ ਨੇ ਵੀ ਬਹੁਤ ਵਾਰੀ ਮੈਨੂੰ ਮਤਲਬ ਕਿਹਾ ਸੀਗਾ ਕਿ ਬਾਹਰ ਨਾ ਜਾ ਅਤੇ ਉੱਥੇ ਸ਼ਿਫਟ ਹੋ ਜਾਓ ਤੁਸੀਂ, ਪਰ ਮੈਂ ਨਹੀਂ ਮੰਨੀ ਸੀਗੀ ਕਿ ਕਰੇਜ਼ ਸੀਗਾ ਕਿ ਮੈਂ ਬਾਹਰ ਜਾਣਾ। ਸੋ ਬਾਹਰ ਜਾ ਕੇ ਵੀ ਇਹੀ ਹੁਣ ਫੀਲ ਹੁੰਦਾ ਪਿਆ ਕਿ ਗਲਤੀ ਕੀਤੀ ਮੈਂ ਬਾਹਰ ਜਾ ਕੇ। ਬਣਾਉਣੇ ਕੀ ਹੋਗੇ ਰੈਸਪੀ? ਸਰ ਮੇਰੇ ਕੋਲ 버ਗਰਸ ਅਤੇ ਚਨੇ ਵਾਲੀ ਟਿੱਕੀ ਆ ਅਤੇ ਸਟਫਡ ਗੋਲ ਗੱਪੇ ਆ। ਤਾਂ ਇਨ ਫਿਊਚਰ ਅਸੀਂ ਡਿਨਰ ਵਗੈਰਾ ਦਾ ਵੀ ਕਰੂੰਗੇ। ਟਾਈਮ ਵੀ ਕਾਫੀ ਲੱਗ ਜਾਂਦਾ ਹੋਣਾ ਇਹ ਸਾਰਾ ਕੁਝ ਬਣਾਉਣ? ਹਾਂਜੀ ਸਰ, ਮੈਂ ਫਿਰ ਸਰ ਸਵੇਰੇ 8 ਵਜੇ ਤੋਂ ਸਟਾਰਟ ਕਰ ਦਿੰਦੀ ਹਾਂ, ਹੌਲੀ ਫਿਰ ਬਣਾਉਂਦੀ ਰਹਿੰਦੀ ਹਾਂ, ਕਿਉਂਕਿ ਆਪਾਂ ਕੋਈ ਵਰਕਰ ਨਹੀਂ ਰੱਖਿਆ ਨਾ ਨਾਲ। ਕਸਟਮਰ ਸਭ ਤੋਂ ਜ਼ਿਆਦਾ ਕੀ ਲਾਈਕ ਕਰਦੇ ਖਾਣਾ? ਸਰ ਸਭ ਤੋਂ ਜ਼ਿਆਦਾ ਮਤਲਬ ਜੇ 버ਗਰ ਦੀ ਗੱਲ ਕਰੀਏ ਤਾਂ ਬਨ ਟਿੱਕੀ 버ਗਰ ਸਭ ਤੋਂ ਜ਼ਿਆਦਾ ਮਤਲਬ ਪ੍ਰੈਫਰ ਕਰਦਾ ਕਸਟਮਰ, ਕਿਉਂਕਿ ਜੇ ਮੈਂ 100 버ਗਰ ਸੇਲ ਕਰਦੀ ਹਾਂ 90 버ਗਰ ਬਨ ਟਿੱਕੀ ਹੋ ਗਏ ਆਰਡਰ ਦੇ ਵਿੱਚ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। ਅਸੀਂ ਮੋਹਾਲੀ ਮੌਜੂਦ ਹਾਂ, ਜਿੱਥੇ ਸਾਡੇ ਨਾਲ ਨੇ ਸੰਦੀਪ ਕੌਰ, ਸਾਊਥ ਕੋਰੀਆ ਤੋਂ ਆਏ ਨੇ ਤੇ ਇੱਥੇ ਸਟਰੀਟ ਫੂਡ ਦਾ ਕੰਮ ਸ਼ੁਰੂ ਕੀਤਾ। ਲੋਕ ਬਾਹਰ ਜਾਂਦੇ ਨੇ, ਕੰਮ ਉੱਥੇ ਸ਼ੁਰੂ ਕਰਦੇ ਆ ਤੇ ਆਪਣੀ ਲਾਈਫ ਉੱਥੇ ਹੀ ਸੈੱਟ ਕਰਦੇ ਆ, ਪਰ ਇਹ ਇੰਡੀਆ ਆਏ, ਮੋਹਾਲੀ ਆਏ ਤੇ ਆਪਣਾ ਕੰਮ ਇੱਥੇ ਹੀ ਕਰ ਰਹੇ ਆ, ਸਟਰੀਟ ਫੂਡ ਚਲਾ ਰਹੇ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂ ਇਹਨਾਂ ਨੇ ਡਿਸੀਜਨ ਲਿਆ ਇੱਥੇ ਆ ਕੇ ਕੰਮ ਕਰਨ ਦਾ, ਕੀ ਇਹਨਾਂ ਦਾ ਸਟਰਗਲ ਰਿਹਾ। ਸੰਦੀਪ, ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਸਟਾਰਟਿੰਗ ਦੱਸੋ, ਤੁਸੀਂ ਕਿਵੇਂ ਸਟਾਰਟ ਕੀਤੀ ਸਾਰਾ? ਸਰ ਫਸਟ ਆਫ ਆਲ ਤਾਂ ਮੈਂ ਸਟੱਡੀ ਲਈ ਮੈਂ ਸਾਊਥ ਕੋਰੀਆ ਚਲੀ ਗਈ, ਜਿੱਦਾਂ ਕਿ ਟਰੈਂਡ ਹੀ ਚੱਲਦਾ ਪਿਆ ਅੱਜ ਕੱਲ੍ਹ ਪੰਜਾਬ 'ਚ। ਅਤੇ ਸਰ 3-4 ਸਾਲ ਮੈਂ ਰਹੀ ਉੱਥੇ, ਲੈਂਗੁਏਜ ਕੋਰਸ ਕੀਤਾ, ਫਿਰ ਮੈਂ MBA ਸਟਾਰਟ ਕਰ ਦਿੱਤੀ। ਅਤੇ ਉਸ ਤੋਂ ਬਾਅਦ ਮੇਰੇ ਬੱਚੇ ਇੰਡੀਆ ਸੀਗੇ, ਉਹਨਾਂ ਦਾ ਵੀ ਕੰਮ ਨਹੀਂ ਬਣਦਾ ਪਿਆ ਸੀ ਤੋਂ ਕਰੋਨਾ ਵਾਇਰਸ ਦਾ ਕਰਕੇ। ਤਾਂ ਕਰਕੇ ਫਿਰ ਮੈਂ ਇੰਡੀਆ ਹੀ ਵਾਪਸ ਆ ਗਈ ਸਰ। ਉੱਥੇ ਰਹਿਣ ਦਾ ਮੇਰਾ ਦਿਲ ਹੀ ਨਹੀਂ ਕਰਦਾ ਪਿਆ ਸੀ ਬੱਚਿਆਂ ਤੋਂ ਬਿਨਾਂ। ਅਤੇ ਇੱਥੇ ਆਣ ਕੇ 1 ਸਾਲ ਮੈਂ ਫਿਰ ਘਰ ਹੀ ਰਹੀ, ਪੂਰਾ ਮਤਲਬ ਸੋਚਿਆ। ਪਿੰਡ ਦੇ ਵਿੱਚ ਤੁਹਾਨੂੰ ਪਤਾ ਆਪਣਾ ਕੰਮ ਤਾਂ ਖੋਲ੍ਹਣਾ ਬੜਾ ਔਖਾ ਹੋ ਜਾਂਦਾ ਵਾ। ਅਤੇ ਫਿਰ ਮੈਂ ਮੋਹਾਲੀ ਸ਼ਿਫਟ ਹੋ ਗਈ। ਇੱਥੇ ਆਣ ਕੇ ਫੂਡ ਕੰਪਨੀ 'ਚ ਕੰਮ ਕੀਤਾ, ਸਵਿਗੀ 'ਤੇ ਡਿਲੀਵਰੀ ਦਾ ਕੰਮ ਕਰਦੀ ਸੀਗੀ ਰਾਤ ਨੂੰ। ਸੋ ਇੱਦਾਂ ਸਟਰਗਲ ਕਰਕੇ ਪੂਰੀ ਸੇਵਿੰਗ ਕਰ ਲਈ ਆਪਣਾ ਕੰਮ ਖੋਲ੍ਹਣ ਦੇ ਲਈ। ਇਹ ਸਾਰਾ ਕੰਮ ਤੁਸੀਂ ਉੱਥੇ ਸਾਊਥ ਕੋਰੀਆ ਕਰ ਰਹੇ? ਸਰ ਉੱਥੇ ਰੈਸਟੋਰੈਂਟ ਲਾਈਨ 'ਚ ਕੰਮ ਕਰਨਾ ਪੈਂਦਾ ਸਟੱਡੀ ਬੇਸ ਦੇ ਨਾਲ। ਜੇ ਤੁਸੀਂ ਆਪਣਾ ਪਾਰਟ ਟਾਈਮ ਜੋਬ ਲੱਭਦੇ ਆ ਨਾ ਤਾਂ ਤੁਹਾਨੂੰ ਫੂਡ ਲਾਈਨ 'ਚ ਹੀ ਮਿਲੂਗੀ ਉਹ 3-4 ਘੰਟੇ ਲਈ ਜੋਬ, ਅਦਰਵਾਈਜ਼ ਨਹੀਂ ਆ। ਉੱਥੇ ਫਿਰ ਬੱਚਿਆਂ ਕਰਕੇ ਆਏ ਜਾਂ ਕਿਉਂਕਿ ਉੱਥੇ ਨਹੀਂ ਸੀ ਸੈੱਟ ਹੋ ਸਕਦੇ, ਜਿਵੇਂ ਆਪਣੇ ਅਕਸਰ ਹੀ ਦੇਖਦੇ ਆ ਨਾ, ਉੱਥੇ ਸੈੱਟ ਹੋਣ ਦਾ ਸੋਚਦੇ ਆ, ਤੁਸੀਂ ਵਾਪਸ ਆਉਣ ਦਾ ਕਿਉਂ ਸੋਚਿਆ? ਸਰ ਸਾਊਥ ਕੋਰੀਆ ਇਹੋ ਜਿਹੀ ਕੰਟਰੀ ਆ ਜਿਹੜੀ ਤੁਹਾਨੂੰ ਮਤਲਬ PR ਨਹੀਂ ਦਿੰਦੀ ਹੈਗੀ।
ਜੇ ਤੁਸੀਂ ਉੱਥੇ ਮੈਰਿਜ ਕਰਵਾਓਗੇ ਉਸ ਤੋਂ ਬਾਅਦ 5 ਸਾਲ ਬਾਅਦ ਪੀਆਰ ਹੋ ਸਕਦੇ ਆ। ਅਦਰਵਾਈਜ਼ ਤੁਸੀਂ ਜਿੰਨਾ ਟਾਈਮ ਸਟੱਡੀ ਕਰਦੇ ਆ, ਟੈਕਸ ਪੇ ਕਰਦੇ ਪਏ ਨਾਲ ਉਹਨਾਂ ਟਾਈਮ ਤੁਸੀਂ ਰਹਿ ਸਕਦੇ, ਅਦਰਵਾਈਜ਼ ਅਲਾਉਡ ਨਹੀਂ ਕਰਦੇ ਉਹ। ਉੱਥੇ ਸਟਰਗਲ ਕਿਵੇਂ ਦਾ ਰਿਹਾ? ਸਰ ਉੱਥੇ ਬੜਾ ਔਖਾ ਸੀਗਾ। ਮੇਰੀ ਬੇਟੀ ਦਾ ਬਰਥ ਉੱਥੇ ਹੋਇਆ ਤਾਂ ਮੇਰੇ ਹਸਬੰਡ ਨੂੰ ਵੀਜ਼ਾ ਨਹੀਂ ਮਿਲਿਆ, ਅਪਰੂਵ ਨਹੀਂ ਹੋਇਆ ਉਹਨਾਂ ਦਾ ਵੀਜ਼ਾ, ਤੇ ਮੈਂ ਇਕੱਲੀ ਨੇ ਕਾਲਜ ਲੈ ਕੇ ਜਾਣਾ ਉਹਨੂੰ। 40 ਦਿਨ ਦੀ ਸੀ ਜਦੋਂ ਇੰਡੀਆ ਲੈ ਕੇ ਆਈ ਉਹਨੂੰ ਮੈਂ ਪਲੇਨ ਦੇ ਵਿੱਚ। ਤਾਂ ਸੋ 20 ਦਿਨ ਦੇ ਬਾਅਦ ਜਦੋਂ ਉਹਦਾ ਬਰਥ ਹੋਇਆ, ਉਹਦਾ ਐਗਜ਼ਾਮ ਸੀ ਮੇਰਾ, ਉਹਨੂੰ ਮੈਂ ਨਾਲ ਲੈ ਕੇ ਗਈ ਯੂਨੀਵਰਸਿਟੀ। ਫਿਰ ਕੰਮ ਤੇ ਵੀ ਜਾਣਾ ਬੜਾ ਔਖਾ। ਤੁਸੀਂ ਆਪ ਦੇਖੋ ਇੱਕ ਕੁੜੀ ਦਾ ਬਾਹਰਲੀ ਕੰਟਰੀ 'ਚ, ਜਿੱਥੇ ਕਿ ਮੈਂ ਉਹਨਾਂ ਦੀ ਲੈਂਗੁਏਜ ਨਹੀਂ ਜਾਣਦੀ ਪਈ, ਉਹਨਾਂ ਨੂੰ ਬਿਲਕੁਲ ਵੀ ਮਤਲਬ ਮੇਰੀ ਲੈਂਗੁਏਜ ਨਹੀਂ ਸਮਝ ਸਕਦੇ। ਇੰਗਲਿਸ਼ ਉਹਨਾਂ ਨੂੰ 50% ਲੋਕਾਂ ਨੂੰ ਆਉਂਦੀ, 100% ਲੋਕ ਇੰਗਲਿਸ਼ ਨਹੀਂ ਜਾਣਦੇ ਉੱਥੇ। ਸੋ ਨਵੇਂ ਜਦੋਂ ਆਪਾਂ ਜਾਂਦੇ ਹਾਂ ਸੋ ਇੱਦਾਂ ਲੱਗਦਾ ਕਿ ਪਤਾ ਨਹੀਂ ਕਿਹੜੀ ਦੁਨੀਆ 'ਚ ਆ ਗਏ, ਕਿਉਂਕਿ ਸਾਡੀ ਇੰਗਲਿਸ਼ ਨਹੀਂ ਸਮਝਦੇ, ਅਸੀਂ ਉਹਨਾਂ ਦੀ ਲੈਂਗੁਏਜ ਨਹੀਂ ਸਮਝ ਸਕਦੇ। ਸੋ ਇਹਨੂੰ ਮੈਨੇਜ ਕਿਵੇਂ ਕਰਦੇ ਸੀ ਇਹ ਸਭ ਕੁਝ? ਸਰ ਇੱਕ ਤਾਂ ਮੈਂ ਫੋਨ ਤੇ ਜ਼ਿਆਦਾ ਆਨਲਾਈਨ ਰਹਿੰਦੀ ਸੀਗੀ ਤਾਂ ਗੂਗਲ ਤੇ ਸਰਚ ਕਰ ਲੈਂਦੀ ਸੀ ਉਸ ਵਰਡ ਨੂੰ। ਸੋ ਉਹਨਾਂ ਨੂੰ ਇਮੇਜ ਦਿਖਾ ਕੇ, ਸੋ ਫਿਰ ਮੈਂ ਪਹਿਲਾਂ ਪ੍ਰੈਫਰ ਕੀਤਾ ਕਿ ਮੈਂ ਉੱਥੋਂ ਦੀ ਲੈਂਗੁਏਜ ਸਿੱਖਾਂ, ਸੋ ਮੈਨੂੰ ਸਟਰਗਲ ਕਰਨਾ ਥੋੜ੍ਹਾ ਸੌਖਾ ਹੋ ਜਾਊਗਾ। ਸੋ ਹੌਲੀ ਕਰਕੇ ਫਿਰ ਮੈਂ 6 ਮਹੀਨੇ ਲੈਂਗੁਏਜ ਕੋਰਸ ਕੀਤਾ ਉੱਥੇ, ਉਹਨਾਂ ਦੀ ਭਾਸ਼ਾ ਸਿੱਖੀ। ਫਿਰ ਮੈਂ ਰੈਸਟੋਰੈਂਟ 'ਚ, ਉਹਨਾਂ ਦੇ ਕੋਰੀਅਨ ਰੈਸਟੋਰੈਂਟ 'ਚ ਕੰਮ ਕੀਤਾ ਕਿ ਤਾਂ ਕਿ ਮੈਂ ਉਹਨਾਂ ਨਾਲ ਡੇਲੀ ਗੱਲ ਕਰੂੰਗੀ ਤਾਂ ਮੈਨੂੰ ਵਰਡ ਜ਼ਿਆਦਾ ਆਸਾਨੀ ਨਾਲ ਆ ਜੂਗੇ। ਪਰ ਨਾਨ ਵੈਜ ਹੋਣ ਦਾ ਕਰਕੇ ਮੈਂ ਉਹ ਜੌਬ ਛੱਡ ਦਿੱਤੀ, ਕਿਉਂਕਿ ਮੈਂ ਨਾਨ ਵੈਜ ਨਹੀਂ ਖਾਂਦੀ। ਤਾਂ ਸੋ ਉਹਨਾਂ ਦਾ ਫੂਡ ਵੀ ਇੱਦਾਂ ਦਾ, ਇੱਕ ਤਾਂ ਚਿਕਨ ਹੁੰਦਾ ਉਹ ਅਲੱਗ ਆ, ਚਲੋ ਠੀਕ ਆ, ਨੋਰਮਲ ਆ। ਸੋ ਕੇਕੜੇ ਵਗੈਰਾ ਜਿੱਦਾਂ ਸੱਪ ਵਗੈਰਾ ਜਿੱਦਾਂ ਇੱਦਾਂ ਕੱਟਣੇ, ਸੋ ਉਹ ਤਾਂ ਕੱਟਣਾ ਤਾਂ ਦੂਰ ਦੀ ਗੱਲ, ਦੇਖ ਵੀ ਨਹੀਂ ਹੁੰਦਾ ਨਾ। ਸੋ ਮੈਂ ਇੰਡੀਅਨ ਰੈਸਟੋਰੈਂਟ 'ਚ ਕੰਮ ਕਰਨ ਲੱਗ ਗਈ ਉੱਥੇ। ਉੱਥੇ ਕਿੰਨੇ ਕੁ ਦਿਨ ਲਗਾਏ ਸੀ ਤੁਸੀਂ? ਸਰ 1 ਵੀਕ ਮੇਬੀ 2 ਵੀਕ। ਉਹ ਵੀ ਮਤਲਬ ਇਹ ਸੀਗਾ ਕਿ ਮੈਨੂੰ ਕਿ ਹੁਣ ਮੈਂ ਜੌਬ ਨਹੀਂ ਛੱਡ ਸਕਦੀ, ਕਿਉਂਕਿ 1 ਮਹੀਨੇ ਦਾ ਉਹਨਾਂ ਨਾਲ ਗੱਲ ਕਰ ਲਈ ਸੀ। ਸੋ 15 ਦਿਨ ਬਾਅਦ ਮੈਂ ਉਹਨਾਂ ਨੂੰ ਕਹਿਤਾ ਸੀ ਕਿ ਮੈਂ ਮਤਲਬ ਨਾਨ ਵੈਜ ਦੇ ਨਾਲ ਮੈਨੂੰ ਕੰਮ ਕਰਨਾ ਬੜਾ ਔਖਾ ਹੋ ਜਾਊਗਾ, ਮੈਂ ਲੀਵ ਕਰ ਦਿੱਤਾ ਸੀਗਾ। ਤੁਹਾਡੀ ਬੇਟੀ ਵੀ ਛੋਟੀ ਸੀ, ਫਿਰ ਨਾਲ ਹੀ ਲੈ ਕੇ ਜਾਂਦੇ ਸੀ ਨਾਲ? ਸਰ ਮੈਂ 2 ਘੰਟੇ ਕੰਮ ਕਰ ਦਿੱਤਾ ਸੀਗਾ, ਬੱਚਿਆਂ ਲਈ ਕੈਰੀ ਬੈਗ ਹੁੰਦੇ ਆ ਨਾ ਉੱਥੇ ਅੱਗੇ ਬੰਨਣ ਲਈ। ਸੋ ਮੈਂ 2 ਘੰਟੇ ਦੀ ਸ਼ਿਫਟ ਕੰਮ ਕਰਕੇ ਖਤਮ ਆ ਜਾਂਦੀ ਸੀਗੀ ਉਹਨੂੰ ਨਾਲ ਲੈ ਕੇ। ਤੋ ਸੇ 40 ਦਿਨ ਬੜੇ ਔਖੇ ਕੱਢੇ ਮੈਂ ਉੱਥੇ। ਟਿਕਟ ਨਹੀਂ ਹੁੰਦੀ ਪਈ ਸੀ ਕਨਫਰਮ, ਐਮਰਜੈਂਸੀ 'ਚ ਕਰਵਾਈ, ਤੇ ਇਹ ਕਾਲਜ ਛੁੱਟੀਆਂ ਨਹੀਂ ਦਿੰਦਾ ਪਿਆ ਸੀਗਾ, ਐਗਜ਼ਾਮ ਚੱਲਦੇ ਪਏ ਸੀਗੇ ਮੇਰੇ। ਤੇ ਫਿਰ ਮੈਂ ਥੋੜ੍ਹੇ ਟਾਈਮ ਲਈ ਹੋਲਡ ਕਰ ਲਈ ਡਿਗਰੀ ਆਪਣੀ, ਤਾਂ ਮੈਂ ਕੁੜੀ ਨੂੰ ਫਿਰ ਇੰਡੀਆ ਛੱਡਿਆ। ਬੇਸਿਕਲੀ ਹੈਗੇ ਕਿੱਥੋਂ ਤੁਸੀਂ? ਸਰ ਮੈਂ ਬੇਸਿਕਲੀ ਕਪੂਰਥਲਾ ਸਿਟੀ ਤੋਂ ਬਿਲੋਂਗ ਕਰਦੀ ਹਾਂ। ਤੇ ਇੱਥੇ ਮੋਹਾਲੀ ਕਿਵੇਂ ਸੋਚਿਆ ਕੰਮ ਕਰਨ ਦਾ? ਮੋਹਾਲੀ ਸਰ ਮੇਰੇ ਫਾਦਰ ਇਨ ਲਾ ਇੱਥੇ ਬੈਂਕ 'ਚ ਜੌਬ ਕਰਦੇ ਸੀ, ਸਟੇਟ ਬੈਂਕ ਆਫ ਇੰਡੀਆ 'ਚ। ਸੋ ਉਹਨਾਂ ਨੇ ਵੀ ਬਹੁਤ ਵਾਰੀ ਮੈਨੂੰ ਮਤਲਬ ਕਿਹਾ ਸੀਗਾ ਕਿ ਬਾਹਰ ਨਾ ਜਾ ਅਤੇ ਉੱਥੇ ਸ਼ਿਫਟ ਹੋ ਜਾਓ ਤੁਸੀਂ, ਪਰ ਮੈਂ ਨਹੀਂ ਮੰਨੀ ਸੀਗੀ ਕਿ ਕਰੇਜ਼ ਸੀਗਾ ਕਿ ਮੈਂ ਬਾਹਰ ਜਾਣਾ। ਸੋ ਬਾਹਰ ਜਾ ਕੇ ਵੀ ਇਹੀ ਹੁਣ ਫੀਲ ਹੁੰਦਾ ਪਿਆ ਕਿ ਗਲਤੀ ਕੀਤੀ ਮੈਂ ਬਾਹਰ ਜਾ ਕੇ, ਨਹੀਂ ਜਾਣਾ ਚਾਹੀਦਾ ਸੀਗਾ। ਕਿ ਇੱਥੇ ਵੀ ਜੇ ਆਪਾਂ ਸਟਰਗਲ ਕਰਦੇ ਹਾਂ ਤਾਂ ਉਹਦਾ ਫਲ ਸਾਨੂੰ ਮਿਲੂਗਾ, ਇਨ ਫਿਊਚਰ ਮਿਲੂਗਾ। ਸੋ ਹੁਣ ਵੀ ਮੈਨੂੰ 2-3 ਮਹੀਨੇ ਹੋ ਗਏ ਆ ਸਟਰੀਟ 'ਤੇ ਮਤਲਬ ਕੰਮ ਕਰਦੇ ਹੋਏ, ਤੋ ਕਸਟਮਰ ਦਾ ਇੰਨਾ ਵਧੀਆ ਰਿਸਪੌਂਸ ਆ ਤਾਂ ਮੈਨੂੰ ਵਧੀਆ ਫੀਲ ਹੁੰਦਾ ਜਦੋਂ ਕਸਟਮਰ ਮੈਨੂੰ ਰਿਵਿਊ ਦਿੰਦਾ ਆਣ ਕੇ ਕਿ ਤੁਹਾਡਾ ਫੂਡ ਵਧੀਆ ਜਾਂ ਕਿੱਦਾਂ ਵੀ ਹੈ ਨਾ। ਮੇਰੀ ਵੀਡੀਓ ਦੇਖ ਕੇ ਕਸਟਮਰ ਆਉਂਦੇ ਮੇਰੇ ਕੋਲ, ਮੈਨੂੰ ਵਧੀਆ ਫੀਲ ਹੁੰਦਾ। ਕੰਟਰੀਆਂ ਦਾ ਹੋਰ ਵੀ ਹੈ ਨਾ, ਲੋਕ ਪ੍ਰੈਫਰ ਕਰਦੇ ਆ ਕੈਨੇਡਾ, ਆਸਟ੍ਰੇਲੀਆ ਹੈ ਨਾ, UK, ਨਿਊਜ਼ੀਲੈਂਡ। ਤੁਸੀਂ ਸਾਊਥ ਕੋਰੀਆ ਹੀ ਕਿਉਂ ਚੂਜ਼ ਕਰਿਆ ਫਿਰ? ਸਰ ਮੈਨੂੰ ਇੱਦਾਂ ਵਾ ਕਿ ਮੈਨੂੰ ਕੁਛ ਡਿਫਰੈਂਟ ਚੀਜ਼ ਕਰਨੀ ਵਧੀਆ ਲੱਗਦੀ। ਹੁਣ ਜਿੱਦਾਂ ਕਿ ਜਿਹੜੀ ਮਰਜ਼ੀ ਕੰਟਰੀ ਚੱਲ ਜਾਓ ਉੱਥੇ ਇੰਗਲਿਸ਼ ਆ, ਆਈਲੈਟਸ ਕਰਕੇ ਜਾਂਦੇ ਆ, ਸੋ ਸਾਨੂੰ ਇੰਨਾ ਟਫ ਨਹੀਂ ਹੁੰਦਾ ਕਿਉਂਕਿ ਆਪਾਂ ਇੰਗਲਿਸ਼ ਉਹਨਾਂ ਦੀ ਲੈਂਗੁਏਜ ਸਿੱਖੀ ਆ। ਤਾਂ ਕੋਰੀਅਨ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਸੈਂਟਰ ਇਹੋ ਜਿਹਾ ਨਹੀਂ ਜਿਹੜਾ ਆਪਾਂ ਨੂੰ ਕੋਰੀਅਨ ਲੈਂਗੁਏਜ ਸਿਖਾਉਂਦਾ ਵਾ। ਸੋ ਮੇਬੀ ਦਿੱਲੀ ਦੇ ਵਿੱਚ ਹੁਣ ਓਪਨ ਕਰ ਦਿੱਤੇ ਆ ਉਹਨਾਂ ਨੇ, ਬਟ ਕੋਰੀਅਨ ਲੈਂਗੁਏਜ ਦਾ ਕੋਈ ਬੇਸ ਨਹੀਂ ਹੈ ਇੱਥੇ। ਆਪਾਂ ਪੰਜਾਬੀ ਆ ਸਕਦੀ, ਹਿੰਦੀ, ਇੰਗਲਿਸ਼, ਕੋਰੀਅਨ ਦਾ ਇੱਕ ਵਰਡ ਵੀ ਐਲਫਾਬੈਟਿਕ ਵੀ ਨਹੀਂ ਕਿਸੇ ਨੂੰ ਪਤਾ। ਸੋ ਮੈਂ ਚਾਹੁੰਦੀ ਸੀ ਕਿ ਕੁਛ ਮਤਲਬ ਮੈਂ ਡਿਫਰੈਂਟ ਲੈਂਗੁਏਜ ਸਿੱਖਾਂ। ਸੋ ਇੱਕ ਤਾਂ ਇਹ ਹੋਇਆ ਕਿ ਮੈਨੂੰ ਜ਼ਿੰਦਗੀ ਦਾ ਬਹੁਤ ਕੁਛ ਸਿੱਖਣ ਨੂੰ ਮਿਲਿਆ ਉੱਥੇ, ਕਿ ਇੱਕ ਡਿਫਰੈਂਟ ਲੋਕਾਂ ਦੇ ਨਾਲ ਕਿੱਦਾਂ ਅਸੀਂ ਆਪਣੀ ਲਾਈਫ ਨੂੰ ਇਕੱਲਿਆਂ ਮੈਨੇਜ ਕਰਨਾ। ਇੱਕ ਡਿਫਰੈਂਟ ਕਲਚਰ ਹੋ ਜਾਂਦਾ, ਡਿਫਰੈਂਟ ਫੂਡ ਹੋ ਜਾਂਦਾ। ਸੋ 4 ਸਾਲ ਦੇ ਵਿੱਚ ਮੈਂ ਆਪਣੇ ਆਪ ਨੂੰ ਬਹੁਤ ਬੋਲਡ ਕਰ ਲਿਆ। ਤੋ ਹੁਣ ਮੈਂ ਇੰਨਾ ਉੱਥੇ ਕੰਮ ਕਰਕੇ ਇੱਕ ਵਾਰੀ ਰੋਡ 'ਤੇ ਖੜਨਾ ਬੜਾ ਔਖਾ ਹੁੰਦਾ, ਕਿਉਂਕਿ ਮੈਂ ਇਹੋ ਜਿਹੀ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਕਿ ਸਾਨੂੰ ਰੋਡ 'ਤੇ ਖੜਨਾ ਪ੍ਰੈਫਰ ਨਹੀਂ ਕਰੂਗੇ, ਕਿਉਂਕਿ ਮੈਂ ਮਤਲਬ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਕਿ ਐਦਾਂ ਨਹੀਂ ਹੈਗਾ ਕਿ ਮਤਲਬ ਮਿਡਲ ਕਲਾਸ ਜਾਂ ਕਿੱਦਾਂ ਵੀ। ਹਾਈ ਕਲਾਸ ਫੈਮਿਲੀ ਤੋਂ ਮੇਰੇ ਫਾਦਰ ਆ, ਬਿਜ਼ਨਸਮੈਨ ਆ ਉਹ ਵੀ ਮੁੰਬਈ ਦੇ ਵਿੱਚ। ਸੋ ਮੈਨੂੰ ਰੋਡ 'ਤੇ ਖੜਨਾ ਬੜਾ ਮੁਸ਼ਕਿਲ ਸੀਗਾ, ਅਤੇ ਮੈਂ 1 ਮੰਥ ਪੂਰਾ ਆਪਣੇ ਆਪ ਨੂੰ ਕੰਮ ਲੀਵ ਕਰਕੇ ਇੰਡੀਆ, ਜਦੋਂ ਹੁਣ ਮੈਂ ਕਰਦੀ ਸੀ ਕੰਮ 1 ਮੰਥ ਪੂਰਾ ਮੈਂ ਲੀਵ ਕੀਤਾ ਕੰਮ। ਮੈਂ ਇਹੀ ਸੋਚਿਆ ਕਿ ਮੈਂ ਆਪਣੇ ਆਪ ਨੂੰ ਕਿੱਦਾਂ ਬੋਲਡ ਕਰਾਂ ਰੋਡ 'ਤੇ ਖੜਨਾ। ਮੈਂ ਹੋਟਲ 'ਚ ਕੰਮ ਕਰ ਸਕਦੀ ਹਾਂ, ਓਕੇ ਉਹ ਅੰਦਰ ਆ,
ਬਟ ਹੁਣ ਪਬਲਿਕ ਦੇ ਵਿੱਚ ਰੋਡ ਤੇ ਖੜ ਕੇ ਕੰਮ ਕਰਨਾ ਸਾਡੇ ਲਈ ਬੜਾ ਔਖਾ, ਕਿਉਂਕਿ ਪੰਜਾਬ ਦੇ ਲੋਕ ਬਹੁਤ ਘੱਟ ਸਰ, ਕੁੜੀਆਂ ਬੇਸਿਕਲੀ ਰੋਡ ਤੇ ਨਹੀਂ ਆ। ਸ਼ੌਪ ਕਰੂਦੇ, ਸ਼ੌਪ ਆਪਣੀ ਖਰੀਦ ਕੇ ਕਰ ਲੂਗੇ, ਪਰ ਰੋਡ ਤੇ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੀਆਂ ਕੁੜੀਆਂ ਮਤਲਬ ਸਾਡੀ ਇੰਡੀਆ 'ਚ ਤਾਂ ਆਪਣੀ ਪੰਜਾਬ 'ਚ ਕਾਸਟ ਦਾ ਵੀ ਮੈਟਰ ਹੁੰਦਾ। ਜੱਟਾਂ ਦੀ ਕੁੜੀ ਮੈਨੂੰ ਲੱਗਦਾ ਨਹੀਂ ਕੋਈ ਰੋਡ ਤੇ ਹੋਊਗੀ ਇਸ ਵੇਲੇ। ਤੁਸੀਂ ਵੀ ਮਤਲਬ ਜਾਣਦੇ ਆ ਵੀਡੀਓ ਬਣਾਉਣ, ਸੋ ਮੈਂ ਜੱਟਾਂ ਦੀ ਕੁੜੀ ਹਾਂ ਤਾਂ ਮੈਂ ਰੋਡ ਤੇ ਖੜੀ ਹਾਂ। ਘਰਦਿਆਂ ਨੇ ਸਪੋਰਟ ਕਰਿਆ ਜਾਂ ਘਰਦਿਆਂ ਨੂੰ ਪਤਾ ਇਸ ਬਾਰੇ? ਘਰ ਦੇ ਵੀਡੀਓ ਦੇਖ ਕੇ ਪਤਾ ਚੱਲੂਗਾ, ਵੈਸੇ ਨਹੀਂ ਉਹਨਾਂ ਨੂੰ ਪਤਾ। ਵੀਡੀਓ ਦੇਖ ਕੇ ਹੁਣ ਕੀ ਉਹਨਾਂ ਦਾ ਮਤਲਬ ਰਿਐਕਸ਼ਨ ਹੁੰਦਾ ਉਹ ਮੈਂ ਨਹੀਂ। ਐਪਰੀਸ਼ੀਏਟ ਹੀ ਕਰਨਗੇ ਕਿਉਂਕਿ ਮਿਹਨਤ ਕਰ ਰਹੇ ਹੋ, ਚੰਗਾ ਕੰਮ ਕਰ ਰਹੇ ਹੋ ਨਾ, ਐਪਰੀਸ਼ੀਏਟ ਹੀ ਕਰਨਗੇ। ਇਹੀ ਚਾਂਸ ਆ ਕਿ ਉਹ ਖੁਦ ਨਹੀਂ ਦੱਸਿਆ? ਨਹੀਂ, ਮੈਂ ਨਹੀਂ ਦੱਸਿਆ। ਸੋ ਮਤਲਬ ਰਿਸ਼ਤੇਦਾਰ ਦੀ ਕਾਲ ਆਉਂਦੀ ਆ ਮੈਨੂੰ ਕਿ ਤੇਰੀ ਵੀਡੀਓ ਪਾਈ ਹੋਈ ਆ, ਤੇ ਮੈਂ ਫਿਰ ਦੱਸਦੀ ਹਾਂ ਕਿ ਹਾਂ ਮੈਂ ਕੰਮ ਖੋਲਿਆ। ਉਹ ਕਹਿੰਦੇ ਚਲੋ ਅੱਜ ਤੂੰ ਸਟਰਗਲ ਕਰਦੀ ਆ, ਕੱਲ ਬਹੁਤ ਵਧੀਆ ਅੱਗੇ ਜਾਊਂਗੀ। ਤਾਂ ਮੈਂ ਸੋਚਦੀ ਹਾਂ ਕਿ ਨੈਕਸਟ ਟਾਈਮ ਮੈਂ ਆਪਣੇ ਏਰੀਆ ਦੇ ਵਿੱਚ ਕੋਈ ਸ਼ਾਪ ਲੈ ਕੇ ਆਪਣਾ ਪੂਰਾ ਕੰਮ ਖੋਲ੍ਹਣਾ ਚਾਹੁੰਦੀ ਹਾਂ ਇਨ ਫਿਊਚਰ ਦੇ ਵਿੱਚ। ਸੋ ਮੈਂ ਤਾਂ ਕਰਕੇ ਹੁਣ ਬੇਸ ਜੇ ਸਾਡਾ ਬੋਲਡ ਹੋਊਗਾ, ਇਨ ਫਿਊਚਰ ਸਾਡਾ ਵਧੀਆ ਹੀ ਹੋਊਗਾ। ਕੀ ਸੁਪਨੇ ਆ, ਕੀ ਸੁਪਨੇ ਲੈ ਕੇ ਚੱਲੇ ਹੋ ਤੇ ਕੀ ਸੋਚਦੇ ਹੋ ਪੂਰਾ ਕਰਨਾ, ਕਿਵੇਂ ਕਰਨੇ ਨੇ? ਮੈਂ ਚਾਹੁੰਦੀ ਹਾਂ ਕਿ ਮੇਰੀਆਂ 2 ਬੇਟੀਆਂ ਵਾ, ਉਹਨਾਂ ਦਾ ਫਿਊਚਰ ਬਹੁਤ ਜ਼ਿਆਦਾ ਬ੍ਰਾਈਟ ਹੋਵੇ। ਸੋ ਤਾਂ ਕਰਕੇ ਮੈਂ ਇਹ ਲਾਈਨ ਆਪਣੀ ਚੂਜ਼ ਕੀਤੀ। ਇੱਕ ਤਾਂ ਟਾਈਮ ਸਪੈਂਡ ਹੋ ਜਾਂਦਾ ਉਹਨਾਂ ਦੇ ਨਾਲ, ਤੇ ਮੈਂ ਉਹਨਾਂ ਨੂੰ ਦੇਖ ਸਕਦੀ ਹਾਂ, ਕਦੋਂ ਵੀ ਕਲੋਜ਼ ਕਰਕੇ ਉਹਨਾਂ ਦੇ ਨਾਲ ਜਾ ਸਕਦੀ ਹਾਂ ਕਿਤੇ। ਜੇ ਹੁਣ ਮੈਂ ਪ੍ਰਾਈਵੇਟ ਜੌਬ ਕਰਦੀ ਹਾਂ ਸਰ, ਉਹਨਾਂ ਦੇ ਅਕੋਰਡਿੰਗ ਛੁੱਟੀ ਮਿਲੂਗੀ, ਉਹਨਾਂ ਦੇ ਅਕੋਰਡਿੰਗ ਟਾਈਮ ਮੈਨੇਜ ਕਰਨਾ ਪਊਗਾ। ਇਹ ਦੱਸੋ ਤੁਸੀਂ ਬਣਾਉਣੇ ਕੀ ਹੋਗੇ ਰੈਸਪੀ? ਸਰ ਮੇਰੇ ਕੋਲ 버ਗਰ ਤੇ ਚਨੇ ਵਾਲੀ ਟਿੱਕੀ ਆ ਤੇ ਸਟਫਡ ਗੋਲ ਗੱਪੇ ਆ। ਤਾਂ ਇਨ ਫਿਊਚਰ ਅਸੀਂ ਡਿਨਰ ਵਗੈਰਾ ਦਾ ਵੀ ਕਰੂੰਗੇ। ਹਾਂਜੀ। ਕਿੰਨੇ ਵਜੇ ਆ ਜਾਂਦੇ ਹੋ? ਸਰ 5 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਨੇ ਆ ਅਸੀਂ। ਇੱਕ ਤੁਸੀਂ ਆ ਸਪੈਸ਼ਲ ਹਨਾ ਕੁੱਲੜ ਦਾ ਰੱਖਿਆ ਹੋਇਆ ਕਨਸੈਪਟ, ਕੁੱਲੜ ਦਾ ਕਿਉਂ ਤੁਹਾਡੇ ਉੱਥੇ ਹੀ ਕੁੱਲੜ ਦਾ ਹੁੰਦਾ ਸੀ ਕਨਸੈਪਟ, ਜਾਂ ਤੁਸੀਂ ਆਪ ਦਾ ਆਈਡੀਆ ਆਇਆ ਤੁਹਾਨੂੰ? ਸਰ ਪੰਜਾਬ ਤੋਂ ਬਿਲੋਂਗ ਕਰਦੇ ਆ, ਸੋ ਮਿੱਟੀ ਦੇ ਭਾਂਡਿਆਂ ਦੇ ਨਾਲ ਤਾਂ ਪਿਆਰ ਹੁੰਦਾ ਹੀ ਆ। ਤਾਂ ਮੈਨੂੰ ਇਹਨਾਂ ਦੀ ਸਮੈਲ ਬੜੀ ਵਧੀਆ ਲੱਗਦੀ ਆ, ਤਾਂ ਕਰਕੇ ਸਰ ਮੈਂ ਇਹ ਪ੍ਰੈਫਰ ਕੀਤਾ ਇਹਨਾਂ ਨੂੰ। ਤੁਸੀਂ ਚਨੇ ਵੀ ਕੁੱਲੜ 'ਚ ਹੀ ਰੱਖੇ ਹੋਏ ਨੇ? ਹਾਂਜੀ ਸਰ। ਸਰ ਇੱਥੇ ਤਾਂ ਛੋਟੇ ਬਰਤਨ 'ਚ ਰੱਖੇ ਹੋਏ ਆ। ਘਰ ਜਿੱਦਾਂ ਆਪਾਂ ਉਹ ਮਟਕਾ ਕੁਛ ਉਹਨੂੰ ਕਹਿੰਦੇ ਆ, ਤੌੜੀ ਕਹਿੰਦੇ ਆ, ਮੈਨੂੰ ਵਰਡ ਨਹੀਂ ਯਾਦ ਆਉਂਦਾ ਪਿਆ ਸੀ। ਤੌੜੀ ਦੇ ਵਿੱਚ ਬਣਾਉਂਦੇ ਆ, ਬਟ ਉਹ ਇਸ ਟਾਈਮ ਰੋਡ ਤੇ ਆਪਾਂ ਵੱਡੀ ਤੌੜੀ ਹੁਣ ਰੱਖਣਾ ਬੜਾ ਮੁਸ਼ਕਲ ਹੋਊਗਾ ਨਾ। ਸੋ ਇੱਥੇ ਮੈਨੂੰ ਚੇਂਜ ਕਰ ਦਿੰਦੀ ਆ, ਛੋਟੇ ਦੇ ਵਿੱਚ ਪਾ ਦਿੰਦੀ ਆ। ਤੁਸੀਂ ਨਾਲ ਸੌਸ ਵਗੈਰਾ ਲੈ ਕੇ ਆਉਂਦੇ ਨਾ, ਗ੍ਰੀਨ ਸੌਸ ਹੋਰ ਤੇ ਮੇਥੀ, ਸਾਰਾ ਇਹ ਖੁਦ ਘਰੋਂ ਪ੍ਰਪੇਅਰ ਕਰਕੇ? ਹਾਂਜੀ ਸਰ, ਗ੍ਰੀਨ ਚਟਨੀ ਫਿਰ ਘਰ ਤੋਂ ਪ੍ਰਪੇਅਰ ਕਰਦੇ ਆ, ਅਦਰਵਾਈਜ਼ ਨਹੀਂ ਤਾਂ ਫਿਰ ਜੇ ਬਾਜ਼ਾਰ ਤੋਂ ਲੈਣੇ ਉਹ 'ਚ ਵਿਨੇਗਰ ਵਗੈਰਾ ਹੁੰਦਾ। ਤਾਂ ਸਾਨੂੰ ਚਾਟ ਮਸਾਲੇ ਵਾਲੀ ਚਟਨੀ ਚਾਹੀਦੀ ਆ, ਸੋ ਘਰ ਹੀ ਅਸੀਂ ਬਣਾ ਲੈਂਦੇ ਆ ਫਿਰ ਉਹਨੂੰ। ਕਿੰਨਾ ਟਾਈਮ ਲੱਗ ਗਿਆ? ਟਾਈਮ ਵੀ ਕਾਫੀ ਲੱਗ ਜਾਂਦਾ ਹੋਣਾ ਇਹ ਸਾਰਾ ਕੁਝ ਬਣਾਉਣ? ਹਾਂਜੀ ਸਰ। ਮੈਂ ਫਿਰ ਸਰ ਸਵੇਰੇ 8 ਵਜੇ ਤੋਂ ਸਟਾਰਟ ਕਰ ਦਿੰਦੀ ਆ, ਹੌਲੀ ਫਿਰ ਬਣਾਉਂਦੀ ਰਹਿੰਦੀ ਆ, ਕਿਉਂਕਿ ਆਪਾਂ ਕੋਈ ਵਰਕਰ ਨਹੀਂ ਰੱਖਿਆ ਨਾ ਨਾਲ, ਤੇ ਫਿਰ ਪੂਰਾ ਦਿਨ ਹੀ ਲੱਗ ਜਾਂਦਾ। ਕਦੀ ਥੋੜਾ ਕੰਮ ਕਰਨਾ, ਸੌਸ ਵਗੈਰਾ ਰੈਡੀ ਕਰਨੀ, ਟਿੱਕੀ ਫਿਰ ਪ੍ਰਪੇਅਰ ਖੁਦ ਕਰਨੀ, ਫਿਰ ਐਦਾਂ ਕਰਕੇ ਸਰ ਟਾਈਮ ਲੱਗ ਜਾਂਦਾ। ਫਿਰ ਕਸਟਮਰ ਸਭ ਤੋਂ ਜ਼ਿਆਦਾ ਕੀ ਪਸੰਦ ਕਰਦੇ ਆ ਤੁਹਾਡੇ ਕੋਲ ਇੱਥੇ ਖਾਣਾ? ਵੈਸੇ ਤਾਂ ਅਸੀਂ ਵੀ ਟੇਸਟ ਕੀਤਾ, ਸਾਰਾ ਕੁਝ ਹੀ ਬਹੁਤ ਵਧੀਆ ਬਣਾਉਂਦੇ ਹੋ ਤੁਸੀਂ। ਕਸਟਮਰ ਸਭ ਤੋਂ ਜ਼ਿਆਦਾ ਕੀ ਲਾਈਕ ਕਰਦੇ ਆ ਖਾਣਾ? ਸਰ ਸਭ ਤੋਂ ਜ਼ਿਆਦਾ ਮਤਲਬ ਜੇ 버ਗਰ ਦੀ ਗੱਲ ਕਰੀਏ ਤੇ ਬਨ ਟਿੱਕੀ 버ਗਰ ਸਭ ਤੋਂ ਜ਼ਿਆਦਾ ਮਤਲਬ ਪ੍ਰੈਫਰ ਕਰਦਾ ਕਸਟਮਰ, ਕਿਉਂਕਿ ਜੇ ਮੈਂ 100 버ਗਰ ਸੇਲ ਕਰਦੀ ਹਾਂ, 90 버ਗਰ ਬਨ ਟਿੱਕੀ ਹੋ ਗਿਆ ਆਰਡਰ ਦੇ ਵਿੱਚ। ਬਾਕੀ ਜੇ ਚਨਾ ਟਿੱਕੀ ਖਾਣੀ ਹੈ, ਇੱਕ ਤਾਂ ਦਹੀਂ ਵਾਲੀ ਕਸਟਮਰ ਅੱਜ ਕੱਲ੍ਹ ਘੱਟ ਖਾਂਦਾ ਕਿਉਂਕਿ ਠੰਡ ਹੋ ਗਈ ਆ, ਸੋ ਗਰਮ ਚਨੇ ਦੇ ਨਾਲ ਉਹ ਟਿੱਕੀ ਖਾਣਾ ਪਸੰਦ ਕਰਦੇ ਆ। ਕੀ ਪ੍ਰਾਈਸ ਆ ਟਿੱਕੀ ਦਾ? ਸਰ 50 ਰੁਪੀਜ਼ ਆ। ਇਦਾਂ ਦੀ ਸੀਕ੍ਰੇਟ ਰੈਸਪੀ ਵੀ ਹੈਗੀ ਆ ਤੁਹਾਡੇ ਕੋਲ, ਜਾਂ ਹਨਾ ਇੱਥੋਂ ਸਿੱਖ ਕੇ ਆਏ ਹੋ ਤੁਸੀਂ ਸਾਰਾ ਕਰਕੇ? ਕੋਈ ਇਦਾਂ ਦੀ ਰੈਸਪੀ ਜੋ ਤੁਸੀਂ ਖੁਦ ਕਿਸੇ ਨੂੰ ਦੱਸਦੇ ਵੀ ਨਾ ਹੋਵੋ ਤੇ ਯੂਜ਼ ਵੀ ਕਰਦੇ ਹੋ? ਬਨ ਟਿੱਕੀ 버ਗਰ ਹੀ ਇਹੋ ਜਿਹਾ 버ਗਰ ਆ ਜਿਹਦੇ ਵਿੱਚ ਇਹੋ ਜਿਹੀ ਸੌਸ ਜਾਂਦੀ ਆ ਜੋ ਤੁਹਾਨੂੰ ਮੇਬੀ ਸਟਰੀਟ ਤੇ ਨਹੀਂ ਮਿਲੂਗਾ। ਹਾਂਜੀ, ਉਹੀ ਮਤਲਬ ਸੀਕ੍ਰੇਟ ਰੈਸਿਪੀ ਆ, ਤਾਂ ਉਹੀ ਫੇਮਸ ਹੋਇਆ ਪਬਲਿਕ ਦੇ ਵਿੱਚ। ਹਾਂਜੀ। ਬੈਸਟ ਆਫ ਲੱਕ ਫॉर ਯੂਰ ਫਿਊਚਰ। ਥੈਂਕ ਯੂ ਸਰ। ਟੈਲੀਵਿਜ਼ਨ, ਫੇਸਬੁੱਕ ਤੇ YouTube ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਇੱਕੋ ਥਾਂ ਸਿੱਧਾ ਤੁਹਾਡੇ ਫੋਨ 'ਚ, ਤਾਂ ਡਾਊਨਲੋਡ ਕਰ ਲਓ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। ਐਪਲ ਫੋਨ ਵਾਲੇ ਐਪ ਸਟੋਰ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ, ਤੇ ਐਂਡਰੋਇਡ ਫੋਨ ਵਾਲੇ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਹੋਰ ਸੌਖਾ ਕਰਨ ਦੇ ਲਈ ਅਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਹੇਠਾਂ ਵੀ ਦੋਵੇਂ ਲਿੰਕ ਦਿੱਤੇ ਨੇ, ਲਿੰਕ ਤੇ ਕਲਿੱਕ ਕਰਕੇ ਸਿੱਧਾ ਡਾਊਨਲੋਡ ਕਰ ਸਕਦੇ ਹੋ ਸਾਡਾ ਐਪ। ਹਰ ਵੱਡੀ ਖਬਰ ਤੇ ਵੱਡੇ ਇੰਟਰਵਿਊ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਨਾਲ।